ਪਿਆਰੇ ਸਿੱਖਿਆਰਥੀਓ, ਮੇਰਾ ਨਾਮ ਪ੍ਰਦੀਪ ਕੌਰ ਹੈ ਅਤੇ ਮੈਂ ਬਾਬਾ ਮੋਨੀ ਜੀ ਗਰੁੱਪ ਆਫ ਇੰਸਟੀਟਿਊਸ਼ਨਸ ਲਹਿਰਾ ਮੁਹੱਬਤ ਵਿਖੇ ਬਤੌਰ ਅਸਿਸਟੈਂਟ ਪ੍ਰੋਫੈਸਰ ਸੇਵਾਵਾਂ ਨਿਭਾ ਰਹੀ ਹਾਂ। ਅੱਜ ਮੈਂ ਤੁਹਾਡੇ ਨਾਲ ਸ਼ਬਦ ਬਣਤਰ ਅਤੇ ਸ਼ਬਦ ਰਚਨਾ ਦੇ ਸੰਬੰਧ ਵਿੱਚ ਕੁਝ ਕੁ ਜਾਣਕਾਰੀ ਸਾਂਝੀ ਕਰਾਂਗੀ। ਸਭ ਤੋਂ ਪਹਿਲਾਂ ਗੱਲ ਕਰਦੇ ਹਾਂ ਸ਼ਬਦ ਬਣਤਰ ਦੀ। ਸ਼ਬਦ ਬਣਤਰ ਦਾ ਮਤਲਬ ਹੁੰਦਾ ਹੈ ਕਿ ਸ਼ਬਦ ਬਣਦੇ ਕਿਵੇਂ ਆ, ਉਹਨਾਂ ਦੀ ਬਣਤਰ ਕਿਵੇਂ ਦੀ ਆ। ਸ਼ਬਦ ਬਣਤਰ ਵਿੱਚ ਸ਼ਬਦਾਂ ਦੀ ਅੰਦਰੂਨੀ ਬਣਤਰ ਦਾ ਅਧਿਐਨ ਕੀਤਾ ਜਾਂਦਾ ਹੈ, ਭਾਵ ਧੁਨੀਆਂ ਤੋਂ ਸ਼ਬਦਾਂ ਦਾ ਸਿਰਜਣ ਕਿਵੇਂ ਹੁੰਦਾ ਹੈ। ਮਤਲਬ ਕਿ ਜਿਸ ਤਰ੍ਹਾਂ ਸਾਡੀ ਪੰਜਾਬੀ ਗੁਰਮੁਖੀ ਵਰਨਮਾਲਾ ਦੇ ਵਿੱਚ ਊੜਾ, ਆੜਾ, ਈੜੀ, ਸੱਸਾ, ਹਾਹਾ, ਇਹ ਸਾਰੀਆਂ ਧੁਨੀਆਂ, ਮਤਲਬ ਜਦੋਂ ਇਹਨਾਂ ਧੁਨੀਆਂ ਦੀ ਸਹਾਇਤਾ ਦੇ ਨਾਲ ਅਸੀਂ ਕੋਈ ਸ਼ਬਦ ਬਣਾਵਾਂਗੇ ਤਾਂ ਉਹਨੂੰ ਸ਼ਬਦ ਸਿਰਜਣ ਕਹਿੰਦੇ ਆ। ਜਿਸ ਤਰ੍ਹਾਂ ਕਿ ਆਪਾਂ ਸ਼ਬਦ ਬੋਲਦੇ ਹਾਂ ਕੱਕਾ, ਮੰਮਾ, ਲੱਲਾ, ਇਹਨਾਂ ਨੂੰ ਜਦੋਂ ਇਕੱਠੇ ਕਰਕੇ ਬੋਲਾਂਗੇ ਤਾਂ ਇੱਕ ਸ਼ਬਦ ਬਣਦਾ ਹੈਗਾ, ਜਿਸ ਦਾ ਕਿ ਸਾਰਥਕ ਮੀਨਿੰਗ ਆ ਕਮਲ। ਇਸ ਤੋਂ ਬਾਅਦ ਸਭ ਤੋਂ ਪਹਿਲਾਂ ਦੇਖਦੇ ਹਾਂ ਕਿ ਸ਼ਬਦ ਹੁੰਦਾ ਕੀ ਹੈਗਾ। ਤਾਂ ਵਿਆਕਰਨਕ ਪੱਧਰ 'ਤੇ ਭਾਸ਼ਾ ਦੀ ਛੋਟੀ ਤੋਂ ਛੋਟੀ ਇਕਾਈ ਨੂੰ ਸ਼ਬਦ ਕਿਹਾ ਜਾਂਦਾ, ਮਤਲਬ ਜੋ ਕਿ ਭਾਸ਼ਾ ਦੀ ਸਭ ਤੋਂ ਛੋਟੀ ਇਕਾਈ ਸ਼ਬਦ ਹੈ। ਸ਼ਬਦ ਤੋਂ ਫਿਰ ਅਸੀਂ ਵਾਕ ਬਣਾਉਂਦੇ ਹਾਂ, ਵਾਕ ਤੋਂ ਫਿਰ ਉਹਦਾ ਜਿਹੜਾ ਹੈਗਾ ਇੱਕ ਅਰਥਗਤ ਮੀਨਿੰਗ ਨਿਕਲਦਾ, ਜੋ ਕਿ ਇੱਕ ਜਾਂ ਇੱਕ ਤੋਂ ਜ਼ਿਆਦਾ ਅੱਖਰਾਂ ਦਾ ਹੋ ਸਕਦਾ ਹੈ। ਮਤਲਬ ਕਿ ਉਹ ਜਿਹੜਾ ਸ਼ਬਦ ਹੈ ਇੱਕ ਅੱਖਰ ਦਾ ਵੀ ਹੋ ਸਕਦਾ, ਦੋ ਦਾ ਵੀ ਹੋ ਸਕਦਾ, ਤਿੰਨ ਦਾ ਵੀ ਹੋ ਸਕਦਾ। ਜਿਵੇਂ ਕਰ, ਪੀ, ਹਲ, ਕਮਲ, ਇਹ ਸਾਰੇ ਇੱਕ ਸ਼ਬਦ ਹੈਗੇ। ਤਾਂ ਸਭ ਤੋਂ ਪਹਿਲਾਂ ਸ਼ਬਦ ਦੇ ਵਿੱਚ ਕੀ ਹੁੰਦਾ ਹੈ ਕਿ ਧੁਨੀ ਆ, ਮਤਲਬ ਧੁਨੀ ਜਿਸ ਤਰ੍ਹਾਂ ਪਹਿਲਾਂ ਦੱਸਿਆ ਸੀ ਕਿ ਗੁਰਮੁਖੀ ਵਰਨਮਾਲਾ ਦੇ ਵਿੱਚ ਊੜਾ, ਆੜਾ, ਈੜੀ, ਸੱਸਾ, ਇਹ ਸਾਰੀਆਂ ਧੁਨੀਆਂ ਤੋਂ ਫਿਰ ਆਪਾਂ ਕੀ ਬਣਾਵਾਂਗੇ, ਸ਼ਬਦ ਬਣਾਵਾਂਗੇ, ਉਹਨੂੰ ਇਕੱਠਾ ਕਰਕੇ। ਸ਼ਬਦ ਤੋਂ ਹੀ ਅੱਗੇ ਵਾਕੰਸ਼ ਬਣੂਗਾ। ਵਾਕੰਸ਼ ਦਾ ਮਤਲਬ ਹੁੰਦਾ ਵਾਕ ਦਾ ਇੱਕ ਹਿੱਸਾ, ਫਿਰ ਉਪਵਾਕ ਆਉਂਦਾ ਹੈਗਾ, ਫਿਰ ਜਿਹੜਾ ਹੈਗਾ ਵਾਕ ਰਚਨਾ ਹੁੰਦੀ ਹੈ। ਅੱਗੇ ਹੈ ਸ਼ਬਦਾਂ ਦੀ ਵੰਡ। ਸ਼ਬਦਾਂ ਨੂੰ ਵੰਡਣ ਦੇ ਕਈ ਆਧਾਰ ਹੈ, ਜਿਨ੍ਹਾਂ ਦੇ ਵਿੱਚੋਂ ਕਿ ਪਹਿਲਾ ਹੈ ਵਿਆਕਰਨਕ ਆਧਾਰ ਦੇ 'ਤੇ ਵੀ ਅਸੀਂ ਸ਼ਬਦਾਂ ਦੀ ਵੰਡ ਕਰਦੇ ਹਾਂ, ਅਰਥ ਵਿਹਾਰ ਦੇ ਆਧਾਰ 'ਤੇ ਅਤੇ ਅੰਦਰੂਨੀ ਬਣਤਰ ਦੇ ਆਧਾਰ 'ਤੇ। ਆਮ ਤੌਰ 'ਤੇ ਜੇ ਗੱਲ ਕਰੀਏ ਤਾਂ ਸ਼ਬਦਾਂ ਨੂੰ ਅਸੀਂ ਦੋ ਭਾਗਾਂ ਦੇ ਵਿੱਚ ਵੰਡਦੇ ਹੈਗੇ। ਇੱਕ ਹੁੰਦੇ ਆ ਸਾਰਥਕ ਸ਼ਬਦ ਅਤੇ ਇੱਕ ਹੁੰਦੇ ਆ ਨਿਰਾਰਥਕ ਸ਼ਬਦ। ਸਾਰਥਕ ਸ਼ਬਦ ਉਹ ਹੁੰਦੇ ਆ ਜਿਨ੍ਹਾਂ ਦਾ ਸਹੀ ਅਰਥ ਵਿਆਕਰਨ ਤੌਰ 'ਤੇ ਨਿਕਲਦਾ ਹੋਵੇ, ਉਸ ਨੂੰ ਅਸੀਂ ਸਾਰਥਕ ਸ਼ਬਦ ਕਹਿਣੇ ਹੈਗੇ। ਜਿਸ ਤਰ੍ਹਾਂ ਮੇਜ਼, ਕੁਰਸੀ, ਚਾਹ, ਦੁੱਧ, ਕਿਤਾਬ, ਇਹ ਸਾਰੇ ਸਾਰਥਕ ਸ਼ਬਦਾਂ ਦੀ ਸ਼੍ਰੇਣੀ ਦੇ ਵਿੱਚ ਆਉਂਦੇ ਆ, ਕਿਉਂਕਿ ਜਦੋਂ ਅਸੀਂ ਇਹਨਾਂ ਨੂੰ ਬੋਲਦੇ ਹਾਂ ਤਾਂ ਇਹਨਾਂ ਦਾ ਕੋਈ ਨਾ ਕੋਈ ਸਾਰਥਕ ਮੀਨਿੰਗ ਨਿਕਲਦਾ। ਇਸ ਤੋਂ ਬਾਅਦ ਹੈ ਨਿਰਾਰਥਕ ਸ਼ਬਦ। ਨਿਰਾਰਥਕ ਸ਼ਬਦ ਉਹਨਾਂ ਨੂੰ ਕਿਹਾ ਜਾਂਦਾ ਕਿ ਜਿਨ੍ਹਾਂ ਦਾ ਵਿਆਕਰਨਕ ਤੌਰ 'ਤੇ ਕੋਈ ਅਰਥ ਨਹੀਂ ਨਿਕਲਦਾ ਹੁੰਦਾ, ਉਹ ਨਿਰਾਰਥਕ ਸ਼ਬਦ ਹੁੰਦੇ ਆ। ਜਿਸ ਤਰ੍ਹਾਂ ਕਿ ਅਸੀਂ ਬੋਲਦੇ ਹਾਂ ਪਾਣੀ, ਪਾਣੀ ਦੇ ਨਾਲ ਜਦੋਂ ਧਾਣੀ, ਤਾਂ ਪਾਣੀ ਦਾ ਮੀਨਿੰਗ ਹੈ ਪਰ ਧਾਣੀ ਦਾ ਕੋਈ ਮਤਲਬ ਨਹੀਂ। ਇਸੇ ਤਰ੍ਹਾਂ ਰੋਟੀ, ਰਾਟੀ, ਤਾਂ ਰੋਟੀ ਦੇ ਵਿੱਚ ਰੋਟੀ ਦਾ ਸਾਰਥਕ ਅਰਥ ਨਿਕਲਦਾ, ਪਰ ਰਾਟੀ ਦਾ ਜਿਹੜਾ ਹੈਗਾ ਕੋਈ ਸਾਰਥਕ ਅਰਥ ਨਹੀਂ ਨਿਕਲਦਾ। ਇਸ ਕਰਕੇ ਇਸ ਨੂੰ ਨਿਰਾਰਥਕ ਸ਼ਬਦਾਂ ਦੀ ਸ਼੍ਰੇਣੀ ਦੇ ਵਿੱਚ ਅਸੀਂ ਦਖਲ ਕਰਾਂਗੇ। ਇਸ ਤੋਂ ਬਾਅਦ ਹੈ ਵਿਆਕਰਨਕ ਆਧਾਰ ਉੱਪਰ ਵੰਡ। ਤਾਂ ਵਿਆਕਰਨਕ ਆਧਾਰ ਉੱਪਰ ਅਸੀਂ ਸ਼ਬਦਾਂ ਨੂੰ ਦੋ ਭਾਗਾਂ ਦੇ ਵਿੱਚ ਵੰਡਦੇ ਹਾਂ, ਵਿਕਾਰੀ ਸ਼ਬਦ ਅਤੇ ਅਵਿਕਾਰੀ ਸ਼ਬਦ। ਵਿਕਾਰੀ ਸ਼ਬਦ ਉਹ ਹੁੰਦੇ ਆ ਜਿਨ੍ਹਾਂ ਦੇ ਰੂਪ ਬਦਲਦੇ ਰਹਿੰਦੇ ਆ, ਮਤਲਬ ਜਿਨ੍ਹਾਂ ਦੇ ਰੂਪਾਂ ਦੇ ਵਿੱਚ ਬਦਲਾਅ ਆਉਂਦਾ ਰਹਿੰਦਾ, ਜਿਨ੍ਹਾਂ ਦੇ ਨਾਲ ਅਸੀਂ ਕੁਛ ਨਾ ਕੁਛ ਐਡ ਕਰਕੇ ਅੱਗੇ ਦੀ ਅੱਗੇ ਉਹਨਾਂ ਦਾ ਜਿਹੜਾ ਹੈਗਾ ਮਤਲਬ ਐਡ ਕਰਦੇ ਹੈਗੇ। ਇਹ ਆਪਣਾ ਰੂਪ ਲਿੰਗ, ਬਚਨ ਅਤੇ ਕਾਰਕ ਕਰਕੇ ਬਦਲਦੇ ਰਹਿੰਦੇ ਆ, ਇਸ ਕਰਕੇ ਇਹਨਾਂ ਨੂੰ ਪਰਿਵਰਤਨਸ਼ੀਲ ਸ਼ਬਦ ਵੀ ਕਿਹਾ ਜਾਂਦਾ ਹੈ। ਜਿਹੜੇ ਵਿਕਾਰੀ ਸ਼ਬਦ ਹੁੰਦੇ ਆ ਇਹਨਾਂ ਦੇ ਵਿੱਚ ਅਸੀਂ ਮੁੱਖ ਤੌਰ 'ਤੇ ਨਾਮ, ਪੜਨਾਮ, ਕਿਰਿਆ ਅਤੇ ਵਿਸ਼ੇਸ਼ਣ ਨੂੰ ਰੱਖਦੇ ਹਾਂ। ਜਿਸ ਤਰ੍ਹਾਂ ਕਿ ਅਸੀਂ ਬੋਲਦੇ ਹਾਂ ਕਿ ਘਰ ਤੋਂ, ਘਰਾਂ, ਘਰੀ ਅਤੇ ਘਰੋਂ, ਇਸ ਦੇ ਵਿੱਚ ਜਿਹੜਾ ਆ, ਈ ਅਤੇ ਓ ਹੈਗਾ, ਇਹਨਾਂ ਸਵਰਾਂ ਨੂੰ ਦੀ ਮਦਦ ਦੇ ਨਾਲ ਅਸੀਂ ਜਿਹੜਾ ਹੈਗਾ ਘਰ ਤੋਂ ਘਰਾਂ ਬਣਾਇਆ, ਘਰੀ ਅਤੇ ਘਰੋਂ। ਇਸ ਤੋਂ ਬਾਅਦ ਹੈ ਅਵਿਕਾਰੀ ਸ਼ਬਦ। ਅਵਿਕਾਰੀ ਸ਼ਬਦ ਉਹ ਹੁੰਦੇ ਆ ਜਿਨ੍ਹਾਂ ਦੇ ਰੂਪ ਲਿੰਗ, ਬਚਨ ਅਤੇ ਕਾਰਕ ਦੇ ਕਰਕੇ ਨਹੀਂ ਬਦਲਦੇ। ਜਿਸ ਤਰ੍ਹਾਂ ਵਿਕਾਰੀ ਦੇ ਵਿੱਚ ਜਿਹੜਾ ਹੈਗਾ ਉਹਨਾਂ ਦੇ ਰੂਪ ਹੈ ਉਹ ਬਦਲਦੇ ਸੀ, ਪਰ ਅਵਿਕਾਰੀ ਦੇ ਵਿੱਚ ਰੂਪ ਨਹੀਂ ਬਦਲਦੇ ਗੇ। ਜਿਸ ਤਰ੍ਹਾਂ ਕਿ ਇਹਨਾਂ ਦੀ ਜੇ ਐਗਜ਼ਾਮਪਲ ਲੈਣੀ ਹੋਵੇ ਤਾਂ ਨੇ, ਨੂੰ ਅਤੇ ਤੇ, ਮਤਲਬ ਇਹਨਾਂ ਦੇ ਨਾਲ ਅਸੀਂ ਕੁਛ ਵੀ ਹੋਰ ਐਡ ਕਰਕੇ ਨਵੇਂ ਸਿਰੇ ਤੋਂ ਕੁਛ ਨਹੀਂ ਬਣਾਵਾਂਗੇ। ਜੇਕਰ ਬਣਾਵਾਂਗੇ ਤਾਂ ਉਹਦਾ ਕੋਈ ਨਾ ਕੋਈ ਸਾਰਥਕ ਮਤਲਬ ਨਹੀਂ ਨਿਕਲੇਗਾ, ਨਿਰਾਰਥਕ ਹੀ ਨਿਕਲੇਗਾ ਅਰਥ। ਇਸ ਕਰਕੇ ਇਹਨਾਂ ਨੂੰ ਅਵਿਕਾਰੀ ਸ਼ਬਦਾਂ ਦੀ ਸ਼੍ਰੇਣੀ ਦੇ ਵਿੱਚ ਰੱਖਿਆ ਜਾਂਦਾ ਹੈ। ਇਸ ਤੋਂ ਬਾਅਦ ਹੈ ਅਰਥ ਵਿਹਾਰ ਦੇ ਆਧਾਰ 'ਤੇ ਸ਼ਬਦਾਂ ਦੀ ਵੰਡ। ਅਰਥ ਵਿਹਾਰ ਦੇ ਆਧਾਰ 'ਤੇ ਵੀ ਸ਼ਬਦਾਂ ਨੂੰ ਅਸੀਂ ਦੋ ਭਾਗਾਂ ਦੇ ਵਿੱਚ ਵੰਡਦੇ ਹਾਂ, ਕੋਸ਼ਗਤ ਸ਼ਬਦ ਅਤੇ ਵਿਆਕਰਨਕ ਸ਼ਬਦ। ਕੋਸ਼ਗਤ ਸ਼ਬਦ ਉਹਨਾਂ ਨੂੰ ਕਿਹਾ ਜਾਂਦਾ ਹੈ ਜਿਨ੍ਹਾਂ ਨੂੰ ਕਿ ਕੋਸ਼ ਦੇ ਵਿੱਚ ਮਤਲਬ ਮੁੱਢਲੀ ਇਕਾਈ ਦੇ ਵਜੋਂ ਦਰਜ ਕਰ ਲਿਆ ਜਾਂਦਾ ਹੈਗਾ।
ਜਦੋਂ ਕਿ ਇਹਦੇ ਵਿਕਾਰੀ ਰੂਪ ਵਾਕਾਤਮਕ ਬਣਤਰਾਂ ਵਿੱਚ ਵਿਚਰ ਸਕਣ ਦੇ ਸਮਰੱਥ ਹੁੰਦੇ ਹੈਗੇ। ਕੋਸ਼ਗਤ ਸ਼ਬਦਾਂ ਦੇ ਵਿੱਚ ਅਸੀਂ ਨਾਮ, ਵਿਸ਼ੇਸ਼ਣ, ਕਿਰਿਆ ਅਤੇ ਕਿਰਿਆ ਵਿਸ਼ੇਸ਼ਣ ਨੂੰ ਸ਼ਾਮਲ ਕਰਦੇ ਹਾਂ। ਇਸ ਤੋਂ ਬਾਅਦ ਹੈ ਵਿਆਕਰਨਕ ਸ਼ਬਦ। ਵਿਆਕਰਨਕ ਸ਼ਬਦ ਜਿਹੜੇ ਹੈ ਉਹ ਸੀਮਿਤ ਸ਼ਬਦ ਪ੍ਰਬੰਧ ਦੇ ਨਾਲ ਸੰਬੰਧ ਰੱਖਦੇ ਆ। ਇਹਨਾਂ ਦੀ ਸੂਚੀ ਸੀਮਿਤ ਹੁੰਦੀ ਆ, ਮਤਲਬ ਜਿਹੜੇ ਵਿਆਕਰਨਕ ਸ਼ਬਦ ਹੈਗੇ ਉਹ ਕੁਛ ਮਤਲਬ ਸੀਮਿਤ ਹੁੰਦੇ ਹੈਗੇ। ਵਾਕ ਬਣਤਰ ਵਿੱਚ ਵਿਚਰਨ ਵਾਲੇ ਸ਼ਬਦ ਰੂਪਾਂ ਨੂੰ ਵਿਆਕਰਨਕ ਸ਼ਬਦ ਕਹਿੰਦੇ ਹਾਂ ਅਸੀਂ। ਇਹਨਾਂ ਵਿੱਚ ਪੜਨਾਮ, ਸੰਬੰਧਕ, ਯੋਜਕ, ਨਿਪਾਤ ਅਤੇ ਸਹਾਇਕ ਕਿਰਿਆਵਾਂ ਸ਼ਾਮਲ ਹੁੰਦੀਆਂ ਗਈਆਂ। ਇਹ ਸਭ ਜਿਹੜਾ ਹੈ ਵਿਆਕਰਨਕ ਸ਼ਬਦਾਂ ਦੀ ਸ਼੍ਰੇਣੀ ਦੇ ਵਿੱਚ ਆਉਂਦਾ ਆ। ਇਸ ਤੋਂ ਬਾਅਦ ਹੈ ਅੰਦਰੂਨੀ ਬਣਤਰ ਦੇ ਆਧਾਰ ਤੇ। ਅੰਦਰੂਨੀ ਬਣਤਰ ਦੇ ਆਧਾਰ ਤੇ ਵੀ ਅਸੀਂ ਸ਼ਬਦਾਂ ਨੂੰ ਦੋ ਭਾਗਾਂ ਦੇ ਵਿੱਚ ਵੰਡਦੇ ਹਾਂ। ਪਹਿਲਾ ਹੈ ਮਿਸ਼ਰਿਤ ਸ਼ਬਦ ਅਤੇ ਦੂਸਰਾ ਹੈ ਸੰਯੁਕਤ ਸ਼ਬਦ। ਮਿਸ਼ਰਿਤ ਸ਼ਬਦ ਉਹ ਹੁੰਦੇ ਆ ਜਿਨ੍ਹਾਂ ਦਾ ਰੂਪ ਅਗੇਤਰ ਜਾਂ ਪਿਛੇਤਰ ਲੱਗਣ ਨਾਲ ਬਦਲ ਜਾਂਦਾ ਹੈ। ਮਤਲਬ ਜਿਨ੍ਹਾਂ ਮਿਸ਼ਰਿਤ ਸ਼ਬਦਾਂ ਦੇ ਵਿੱਚ ਜੇਕਰ ਅਸੀਂ ਕਿਸੇ ਸ਼ਬਦ ਦੇ ਅੱਗੇ ਅਗੇਤਰ ਲਗਾਵਾਂਗੇ ਜਾਂ ਪਿਛੇਤਰ ਲਗਾਵਾਂਗੇ ਤਾਂ ਉਹਨਾਂ ਦਾ ਰੂਪ ਬਦਲੇਗਾ। ਜਿਸ ਤਰ੍ਹਾਂ ਕਿ ਅਸੀਂ ਉਦਾਹਰਨ ਦੇ ਲਈ ਘਰ ਬੋਲਦੇ ਹਾਂ, ਘਰ ਤੋਂ ਜਦੋਂ ਅਸੀਂ ਉਹਦੇ ਨਾਲ ਅਗੇਤਰ ਲਗਾਵਾਂਗੇ ਤਾਂ ਉਹ ਬੇਘਰ ਬਣ ਜਾਏਗਾ। ਇਸੇ ਤਰ੍ਹਾਂ ਪੜ੍ਹ ਤੋਂ ਉਹਦੇ ਨਾਲ ਦਾ ਲਗਾਤਾ ਤਾਂ ਉਹ ਬਣ ਗਿਆ ਪੜ੍ਹਦਾ। ਦੁਕਾਨ ਤੋਂ ਦੁਕਾਨਦਾਰ, ਤਾਂ ਇਹਦੇ ਵਿੱਚ ਜਿਹੜਾ ਦਾਰ ਸ਼ਬਦ ਹੈ ਉਹ ਪਿਛੇਤਰ ਦੇ ਰੂਪ ਵਿੱਚ ਵਰਤਿਆ ਗਿਆ। ਇਸੇ ਤਰ੍ਹਾਂ ਅਸੀਂ ਗੱਲ ਕਰਦੇ ਹਾਂ ਸੰਯੁਕਤ ਸ਼ਬਦਾਂ ਦੀ। ਜਿਹੜੇ ਸ਼ਬਦ ਦੋ ਜਾਂ ਦੋ ਤੋਂ ਵੱਧ ਸ਼ਬਦਾਂ ਨਾਲ ਮਿਲ ਕੇ ਬਣਦੇ ਆ, ਮਤਲਬ ਦੋ ਸ਼ਬਦ ਜਾਂ ਦੋ ਤੋਂ ਵੱਧ ਸ਼ਬਦਾਂ ਦੇ ਨਾਲ ਜਿਹੜੇ ਮਿਲ ਕੇ ਬਣਨ, ਉਹਨਾਂ ਸ਼ਬਦਾਂ ਨੂੰ ਅਸੀਂ ਸੰਯੁਕਤ ਸ਼ਬਦ ਕਹਿੰਦੇ ਹਾਂ। ਜਿਵੇਂ ਕਿ ਲੋਕ, ਰਾਜ, ਤਾਂ ਇਹਦੇ ਵਿੱਚ ਲੋਕ ਤੇ ਰਾਜ ਦੋ ਸ਼ਬਦਾਂ ਨੂੰ ਮਿਲਾ ਕੇ ਇੱਕ ਸ਼ਬਦ ਬਣਾਇਆ ਗਿਆ। ਰੇਲ ਗੱਡੀ, ਇਹਦੇ ਵਿੱਚ ਵੀ ਰੇਲ ਅਤੇ ਗੱਡੀ ਨੂੰ ਮਿਲਾ ਕੇ ਮਤਲਬ ਇੱਕ ਸ਼ਬਦ ਬਣਾਇਆ, ਤਾਂ ਇਹ ਸੰਯੁਕਤ ਸ਼ਬਦਾਂ ਦੀ ਸ਼੍ਰੇਣੀ ਦੇ ਵਿੱਚ ਆਉਂਦੇ ਆ। ਇਸ ਤੋਂ ਬਾਅਦ ਹੈ ਸ਼ਬਦਾਂ ਦੇ ਮੂਲ ਰੂਪ ਜਾਂ ਧਾਤੂ। ਮਤਲਬ ਸ਼ਬਦਾਂ ਦੇ ਮੂਲ ਰੂਪ ਕੀ ਹੁੰਦੇ ਆ ਜਾਂ ਧਾਤੂ ਕਿਸ ਨੂੰ ਕਹਿੰਦੇ ਆ। ਉਹ ਮੂਲ ਸ਼ਬਦ ਜਿਨ੍ਹਾਂ ਤੋਂ ਹਰ ਪ੍ਰਕਾਰ ਦੀਆਂ ਕਿਰਿਆਵਾਂ ਬਣਦੀਆਂ ਹਨ, ਉਹਨਾਂ ਨੂੰ ਸ਼ਬਦਾਂ ਦੇ ਮੂਲ ਰੂਪ ਜਾਂ ਧਾਤੂ ਕਿਹਾ ਜਾਂਦਾ ਹੈ। ਮਤਲਬ ਜਿਨ੍ਹਾਂ ਤੋਂ ਜਿਹਦੇ ਨਾਲ ਆਪਾਂ ਕੁਛ ਨਾ ਕੁਛ ਹੋਰ ਐਡ ਕਰਕੇ, ਕੋਈ ਨਾ ਕੋਈ ਸਵਰ ਐਡ ਕਰਕੇ ਜਿਹੜਾ ਹੋਰ ਨਵੇਂ ਸ਼ਬਦ ਬਣਾ ਸਕਦੇ ਹਾਂ, ਉਹਨਾਂ ਨੂੰ ਅਸੀਂ ਧਾਤੂ ਕਹਿੰਦੇ ਹਾਂ। ਜਿਵੇਂ ਕਿ ਲਿਖ, ਲਿਖ ਤੋਂ ਅਸੀਂ ਜਦੋਂ ਤਾਂ ਲਿਖਦਾ ਬਣ ਸਕਦਾ ਗਾ, ਲਿਖਣਗੇ, ਲਿਖਣਗੀਆਂ। ਇਸੇ ਤਰ੍ਹਾਂ ਸੁਣ ਤੋਂ ਸੁਣਨਗੇ, ਸੁਣਦਾ, ਪੜ੍ਹ, ਲੜ। ਇਹ ਸਾਰੀਆਂ ਜਿਹੜੇ ਹੈਗੇ ਆ ਮੂਲ ਧਾਤੂ ਆ। ਮਤਲਬ ਇਹਨਾਂ ਦੇ ਨਾਲ ਅਸੀਂ ਕੁਛ ਨਾ ਕੁਛ ਐਡ ਕਰਕੇ ਨਵੇਂ ਸ਼ਬਦ ਹੈਗੇ ਉਹ ਬਣਾ ਸਕਦੇ ਹਾਂ। ਸ਼ਬਦ ਰਚਨਾ ਲਈ ਜਿਸ ਭਾਵਅੰਸ਼ ਨਾਲ ਹੋਰ ਭਾਵਅੰਸ਼ ਜੋੜੇ ਜਾਣ, ਉਹਨਾਂ ਨੂੰ ਸ਼ਬਦ ਮੂਲ ਜਾਂ ਧਾਤੂ ਕਿਹਾ ਜਾਂਦਾ ਹੈ। ਮਤਲਬ ਉਹੀ ਗੱਲ ਆ ਗਈ ਕਿ ਜਿਸ ਤਰ੍ਹਾਂ ਲਿਖ ਦੇ ਨਾਲ ਜਦੋਂ ਅਸੀਂ ਕੁਛ ਹੋਰ ਐਡ ਕਰਾਂਗੇ ਤਾਂ ਉਹਦਾ ਜਿਹੜਾ ਹੈਗਾ ਉਹਨੂੰ ਅਸੀਂ ਜਿਹੜਾ ਹੈਗਾ ਧਾਤੂ ਦੀ ਸ਼੍ਰੇਣੀ ਦੇ ਵਿੱਚ ਰੱਖਾਂਗੇ। ਜਦੋਂ ਮੂਲ ਸ਼ਬਦ ਜਾਂ ਧਾਤੂ ਨਾਲ ਵਧੇਤਰ ਜੁੜਦੇ ਹਨ ਤਾਂ ਨਵੇਂ ਸ਼ਬਦਾਂ ਦੀ ਰਚਨਾ ਹੁੰਦੀ ਹੈ। ਜਿਵੇਂ ਘੋੜਾ ਸ਼ਬਦ ਬੋਲਦੇ ਹਾਂ ਤਾਂ ਇਹ ਜਿਹੜਾ ਹੈਗਾ ਦੋ ਸ਼ਬਦਾਂ ਨੂੰ ਮਿਲਾ ਕੇ ਬਣਿਆ ਘੋੜ ਪਲੱਸ ਆ। ਇਹਦੇ ਵਿੱਚ ਜਿਹੜਾ ਇਹਨੂੰ ਅਸੀਂ ਬੋਲਦੇ ਹਾਂ ਘੋੜਾ। ਇਸੇ ਤਰ੍ਹਾਂ ਘਰ ਪਲੱਸ ਆ, ਮਤਲਬ ਆ ਨੂੰ ਨਾਲ ਲਾਤਾ ਤਾਂ ਉਹ ਘਰਾਂ ਬਣ ਗਿਆ। ਇਸੇ ਤਰ੍ਹਾਂ ਬੇ ਪਲੱਸ ਅਕਲ ਦੇ ਵਿੱਚ ਜਿਹੜਾ ਹੈਗਾ ਅਸੀਂ ਅਗੇਤਰ ਲਗਾਤਾ ਬੇ, ਤਾਂ ਇਸ ਤਰ੍ਹਾਂ ਇਹ ਬਣ ਗਿਆ ਬੇਅਕਲ। ਅੱਗੇ ਹੈ ਧਾਤੂ ਦੀਆਂ ਕਿਸਮਾਂ। ਧਾਤੂ ਦੀਆਂ ਜਿਹੜੀਆਂ ਹੈਗੀਆਂ ਦੋ ਕਿਸਮਾਂ ਮੰਨੀਆਂ ਜਾਂਦੀਆਂ। ਇੱਕ ਤਾਂ ਮੂਲ ਧਾਤੂ ਹੁੰਦੇ ਆ ਤੇ ਇੱਕ ਹੁੰਦੇ ਆ ਰਚਿਤ ਧਾਤੂ। ਮੂਲ ਧਾਤੂ ਕਿਹੜੇ ਹੁੰਦੇ ਆ ਕਿ ਜੋ ਆਪਣੇ ਆਪ ਵਿੱਚ ਪੂਰਨ ਹੋਵੇ, ਕਿਸੇ ਹੋਰ ਦੀ ਸਹਾਇਤਾ ਨਾਲ ਨਾ ਬਣਿਆ ਹੋਵੇ, ਉਸ ਨੂੰ ਅਸੀਂ ਮੂਲ ਧਾਤੂ ਕਹਿੰਦੇ ਆ। ਜਿਵੇਂ ਕਿ ਖਾ, ਲਿਖ, ਪੜ੍ਹ। ਮਤਲਬ ਜਦੋਂ ਅਸੀਂ ਇਹਨਾਂ ਨੂੰ ਇਕੱਲੇ ਤੌਰ 'ਤੇ ਵੀ ਬੋਲਾਂਗੇ ਤਾਂ ਇਹਨਾਂ ਦਾ ਕੋਈ ਨਾ ਕੋਈ ਮਤਲਬ ਹੋਏਗਾ, ਤਾਂ ਇਹ ਮੂਲ ਧਾਤੂ ਹੋ ਗਿਆ। ਰਚਿਤ ਹੁੰਦਾ ਜੋ ਧਾਤੂ ਆਪਣੇ ਆਪ ਵਿੱਚ ਪੂਰਨ ਨਾ ਹੋਵੇ, ਜੋ ਹੋਰਨਾਂ ਸ਼ਬਦਾਂ ਦੀ ਸਹਾਇਤਾ ਨਾਲ ਬਣਿਆ ਹੋਵੇ। ਜਿਵੇਂ ਅਸੀਂ ਪੜ੍ਹਾਂ ਸ਼ਬਦ ਬੋਲਦੇ ਹਾਂ ਤਾਂ ਇਹਦੇ ਵਿੱਚ ਪੜ੍ਹ ਦੇ ਨਾਲ ਆ ਲਗਾ ਕੇ ਪੜ੍ਹਾਂ ਸ਼ਬਦ ਬਣਾਇਆ ਗਿਆ। ਇਸੇ ਤਰ੍ਹਾਂ ਲਿਖਾਂ ਸ਼ਬਦ ਬੋਲਦੇ ਆ, ਲਿਖਾਂ ਦੇ ਵਿੱਚ ਵੀ ਲਿਖ ਦੇ ਨਾਲ ਆ ਜਿਹੜਾ ਹੈਗਾ ਸ਼ਬਦ ਸਵਰ ਦੀ ਵਰਤੋਂ ਕਰਕੇ ਲਿਖਾਂ ਸ਼ਬਦ ਅਸੀਂ ਬਣਾਇਆ। ਇਸ ਤੋਂ ਬਾਅਦ ਅਸੀਂ ਗੱਲ ਕਰਦੇ ਹਾਂ ਵਧੇਤਰ ਦੀ। ਸ਼ਬਦ ਮੂਲ ਜਾਂ ਧਾਤੂ ਦੇ ਅੱਗੇ ਜਾਂ ਪਿੱਛੇ ਜੁੜ ਕੇ, ਮਤਲਬ ਕੋਈ ਵੀ ਸ਼ਬਦ ਹੈ ਆਪਣੇ ਕੋਲੇ, ਉਹਦੇ ਅੱਗੇ ਜਾਂ ਉਹਦੇ ਪਿੱਛੇ ਜੁੜ ਕੇ ਜੋ ਸ਼ਬਦਾਂ ਦੀ ਰਚਨਾ ਕਰਨ ਵਾਲਾ ਭਾਵਅੰਸ਼ ਆ, ਉਹਨੂੰ ਆਪਾਂ ਵਧੇਤਰ ਕਹਿੰਦੇ ਆ। ਕਾਰਜ ਦੇ ਆਧਾਰ 'ਤੇ ਵਧੇਤਰ ਆ ਜਿਹੜੇ ਤਿੰਨ ਪ੍ਰਕਾਰ ਦੇ ਹੁੰਦੇ ਆ: ਅਗੇਤਰ, ਮਧੇਤਰ ਅਤੇ ਪਿਛੇਤਰ। ਅਗੇਤਰ ਅਸੀਂ ਉਹਨਾਂ ਨੂੰ ਕਹਿੰਦੇ ਹੈਗੇ ਜਿਹੜੇ ਕਿ ਸ਼ਬਦਾਂ ਦੇ ਅੱਗੇ ਲੱਗਦੇ ਆ। ਮਧੇਤਰ ਜਿਹੜੇ ਕਿ ਮੱਧ ਦੇ ਵਿੱਚ ਲੱਗਦੇ ਆ। ਅੱਜ ਕੱਲ੍ਹ ਜਿਹੜੇ ਮਧੇਤਰ ਹੈਗੇ ਉਹਨਾਂ ਦੀ ਵਰਤੋਂ ਨਹੀਂ ਕੀਤੀ ਜਾਂਦੀ। ਤੇ ਪਿਛੇਤਰ ਜਿਹੜੇ ਕਿ ਸ਼ਬਦਾਂ ਦੇ ਪਿੱਛੇ ਲੱਗਦੇ ਆ, ਕਿਸੇ ਵੀ ਸ਼ਬਦ ਦੇ ਪਿੱਛੇ ਲੱਗ ਕੇ ਰਚਨਾ ਕਰਦੇ ਹੈਗੇ, ਉਸ ਨੂੰ ਅਸੀਂ ਪਿਛੇਤਰ ਦੀ ਸ਼੍ਰੇਣੀ ਦੇ ਵਿੱਚ ਦਖਲ ਕਰਦੇ ਹਾਂ। ਅੱਗੇ ਹੈ ਸ਼ਬਦ ਰਚਨਾ। ਹੁਣ ਅਸੀਂ ਗੱਲ ਕੀਤੀ ਸੀ ਸ਼ਬਦ ਬਣਤਰ ਦੀ ਕਿ ਸ਼ਬਦ ਬਣਦੇ ਕਿਵੇਂ ਆ, ਉਹਨਾਂ ਦੀ ਵੰਡ ਦੇ ਕਿਹੜੇ ਕਿਹੜੇ ਆਧਾਰ ਹੈਗੇ। ਇਸੇ ਤਰ੍ਹਾਂ ਹੁਣ ਅਸੀਂ ਗੱਲ ਕਰਦੇ ਹਾਂ ਸ਼ਬਦ ਰਚਨਾ ਦੀ
ਕਿ ਸਾਰੀਆਂ ਮਾਨਵੀ ਭਾਸ਼ਾਵਾਂ ਦਾ ਪ੍ਰਮੁੱਖ ਪਛਾਣਕਾਰੀ ਲੱਛਣ ਇਹ ਹੈ ਕਿ ਉਹਨਾਂ ਵਿੱਚ ਇੱਕ ਅਜਿਹੀ ਲੁਕਵੀਂ ਸ਼ਕਤੀ ਮੌਜੂਦ ਹੁੰਦੀ ਹੈ ਜਿਸ ਦੁਆਰਾ ਉਹ ਨਵੇਂ ਸ਼ਬਦਾਂ ਦਾ ਨਿਰਮਾਣ ਕਰਦੀਆਂ ਰਹਿੰਦੀਆਂ ਹਨ। ਨਵੇਂ ਸ਼ਬਦਾਂ ਦੀ ਨਿਰਮਾਣਕਾਰੀ ਪ੍ਰਕਿਰਿਆ ਨੂੰ ਹੀ ਸ਼ਬਦ ਰਚਨਾ ਕਿਹਾ ਜਾਂਦਾ ਹੈ। ਮਤਲਬ ਕਿ ਜਦੋਂ ਅਸੀਂ ਨਵੇਂ ਸ਼ਬਦ ਕਿਸੇ ਵੀ ਸ਼ਬਦ ਦੇ ਨਾਲ ਐਡ ਕਰਾਂਗੇ, ਉਸ ਤੋਂ ਜਿਹੜੇ ਨਵੇਂ ਉਹਦੇ ਅਰਥ ਨਿਕਲਣਗੇ ਜਾਂ ਨਵੇਂ ਸ਼ਬਦ ਬਣਨਗੇ, ਉਸ ਨੂੰ ਅਸੀਂ ਸ਼ਬਦ ਰਚਨਾ ਦੀ ਸ਼੍ਰੇਣੀ ਦੇ ਵਿੱਚ ਰੱਖਦੇ ਹਾਂ। ਇਸ ਦੇ ਤਹਿਤ ਨਵੇਂ ਸ਼ਬਦਾਂ ਦੀ ਰਚਨਾ ਕਰਨਾ ਅਤੇ ਉਹਨਾਂ ਦੀਆਂ ਸ਼੍ਰੇਣੀਆਂ ਨਿਰਧਾਰਿਤ ਕੀਤੀਆਂ ਜਾਂਦੀਆਂ। ਮਤਲਬ ਇਸ ਦੇ ਤਹਿਤ ਕੀ ਹੁੰਦਾ ਕਿ ਨਵੇਂ ਜਿਹੜੇ ਹੈਗੇ ਸ਼ਬਦ ਰਚੇ ਜਾਂਦੇ ਆ ਅਤੇ ਉਹਨਾਂ ਦੀਆਂ ਜਿਹੜੀਆਂ ਸ਼੍ਰੇਣੀਆਂ ਹੈਗੀਆਂ ਉਹ ਵੀ ਨਿਰਧਾਰਿਤ ਕੀਤੀਆਂ ਜਾਂਦੀਆਂ। ਇਸ ਤੋਂ ਬਾਅਦ ਹੈ ਸ਼ਬਦ ਰਚਨਾ ਦੇ ਆਧਾਰ। ਸ਼ਬਦ ਰਚਨਾ ਦੇ ਜਿਹੜੇ ਹੈਗੇ ਆ ਦੋ ਪ੍ਰਮੁੱਖ ਆਧਾਰ ਹੁੰਦੇ ਆ, ਵਿਉਂਤਪਤ ਸ਼ਬਦ ਰਚਨਾ ਅਤੇ ਰੂਪਾਂਤਰੀ ਸ਼ਬਦ ਰਚਨਾ। ਵਿਉਂਤਪਤ ਦਾ ਮਤਲਬ ਹੁੰਦਾ ਕਿ ਮਤਲਬ ਕਿਸੇ ਵੀ ਚੀਜ਼ ਤੋਂ ਉਤਪੰਨ ਕਰਨਾ ਕਿਸੇ ਵੀ ਸ਼ਬਦ ਨੂੰ। ਰੂਪਾਂਤਰੀ ਹੁੰਦਾ ਕਿ ਪਰਿਵਰਤਿਤ। ਸਭ ਤੋਂ ਪਹਿਲਾਂ ਹੈ ਵਿਉਂਤਪਤ ਸ਼ਬਦ ਰਚਨਾ। ਵਿਉਂਤਪਤ ਸ਼ਬਦ ਰਚਨਾ ਵਿੱਚ ਕਿਸੇ ਇੱਕ ਸ਼ਬਦ ਤੋਂ ਦੂਸਰਾ ਸ਼ਬਦ ਵਿਉਂਤਪਤ ਕਰ ਲਿਆ ਜਾਂਦਾ ਹੈ, ਭਾਵ ਇੱਕ ਧਾਤੂ ਜਾਂ ਮੂਲ ਅੰਸ਼ ਨਾਲ ਅਗੇਤਰ ਪਿਛੇਤਰ ਲਾ ਕੇ ਨਵੇਂ ਸ਼ਬਦ ਵਿਉਂਤਪਤ ਕਰ ਲਏ ਜਾਂਦੇ ਹਨ। ਜਿਵੇਂ ਲੜ ਤੋਂ ਲੜਾ, ਲੜਾਂ ਤੋਂ ਲੜਾਈ। ਮਤਲਬ ਇਹ ਕੀ ਕੀਤਾ ਕਿ ਅਸੀਂ ਇੱਕ ਮੂਲ ਅੰਸ਼ ਜਾਂ ਇੱਕ ਧਾਤੂ ਤੋਂ ਹੀ ਅੱਗੇ ਜਿਹੜਾ ਹੈਗਾ ਉਸ ਦੇ ਪਿੱਛੇ ਸਵਰ ਲਗਾ ਕੇ ਨਵੇਂ ਸ਼ਬਦਾਂ ਦਾ ਜੋ ਹੈ ਨਿਰਮਾਣ ਕੀਤਾ ਹੈ। ਵਿਉਂਤਪਤ ਅਗੇਤਰ ਪਿਛੇਤਰ। ਵਿਉਂਤਪਤ ਅਗੇਤਰ ਤੇ ਪਿਛੇਤਰ ਨੂੰ ਵੀ ਅਸੀਂ ਅੱਗੋਂ ਦੋ ਭਾਗਾਂ ਦੇ ਵਿੱਚ ਵੰਡਦੇ ਹਾਂ, ਜਿਨ੍ਹਾਂ ਦੇ ਵਿੱਚੋਂ ਪਹਿਲਾ ਹੈ ਸ਼੍ਰੇਣੀ ਰੱਖਿਅਕ ਤੇ ਦੂਸਰਾ ਹੈ ਸ਼੍ਰੇਣੀ ਬਦਲੂ। ਸਭ ਤੋਂ ਪਹਿਲਾਂ ਅਸੀਂ ਗੱਲ ਕਰਦੇ ਹਾਂ ਸ਼੍ਰੇਣੀ ਬਦਲੂ ਦੀ। ਜਦੋਂ ਵਿਉਂਤਪਤ ਸ਼ਬਦਾਂ ਦੀ ਰਚਨਾ ਸਮੇਂ ਧਾਤੂ ਜਾਂ ਮੂਲ ਸ਼ਬਦ ਦੀ ਸ਼੍ਰੇਣੀ ਤਬਦੀਲ ਹੋ ਜਾਂਦੀ ਹੈ ਤਾਂ ਅਜਿਹੇ ਸ਼ਬਦਾਂ ਨੂੰ ਸ਼੍ਰੇਣੀ ਬਦਲੂ ਕਿਹਾ ਜਾਂਦਾ ਹੈ। ਮਤਲਬ ਕਿ ਕਿਸੇ ਵੀ ਸ਼ਬਦ ਦੀ ਰਚਨਾ ਦੇ ਸਮੇਂ ਕੋਈ ਵੀ ਧਾਤੂ ਆ, ਉਹਦੀ ਜਦੋਂ ਸ਼੍ਰੇਣੀ ਚੇਂਜ ਹੋ ਜਾਂਦੀ ਹੈ ਕੁਛ ਵੀ ਉਹਦੇ ਨਾਲ ਐਡ ਕਰਕੇ, ਤਾਂ ਉਹਨੂੰ ਅਸੀਂ ਸ਼ਬਦ ਬਦਲੂ ਕਹਾਂਗੇ। ਜਿਵੇਂ ਕਿ ਗੁਣ ਸ਼ਬਦ ਹੈ, ਗੁਣ ਤੋਂ ਅਸੀਂ ਇਹਦੇ ਨਾਲ ਨਿਰ ਅਗੇਤਰ ਲਗਾਤਾ ਤਾਂ ਇਹਦਾ ਇੱਕ ਹੋਰ ਮਤਲਬ ਨਿਕਲ ਗਿਆ ਨਿਰਗੁਣ। ਇਸੇ ਤਰ੍ਹਾਂ ਪੜ੍ਹ ਤੋਂ ਜਦੋਂ ਅਸੀਂ ਇਹਦੇ ਨਾਲ ਅਗੇਤਰ ਲਗਾਇਆ ਅਨ ਤਾਂ ਇਹ ਬਣ ਗਿਆ ਅਨਪੜ੍ਹ। ਮਤਲਬ ਪੜ੍ਹ ਦਾ ਮਤਲਬ ਹੁੰਦਾ ਕਿ ਪੜ੍ਹਿਆ ਲਿਖਿਆ ਜਿਹਨੂੰ ਗਿਆਨ ਹੋਵੇ, ਅਨਪੜ੍ਹ ਹੁੰਦਾ ਕਿ ਜਿਸ ਨੂੰ ਗਿਆਨ ਨਾ ਹੋਵੇ। ਤਾਂ ਇਹਦੇ ਜਿਹੜੇ ਹੈਗੇ ਦੋ ਅਲੱਗ-ਅਲੱਗ ਮੀਨਿੰਗ ਨਿਕਲਦੇ, ਤਾਂ ਇਹਨਾਂ ਨੂੰ ਅਸੀਂ ਸ਼ਬਦ ਬਦਲੂ ਦੀ ਸ਼੍ਰੇਣੀ ਦੇ ਵਿੱਚ ਰੱਖਦੇ ਹਾਂ। ਅੱਗੇ ਹੈ ਸ਼੍ਰੇਣੀ ਰੱਖਿਅਕ। ਜਦੋਂ ਵਿਉਂਤਪਤ ਸ਼ਬਦਾਂ ਦੀ ਰਚਨਾ ਸਮੇਂ ਧਾਤੂ ਜਾਂ ਮੂਲ ਦੀ ਸ਼੍ਰੇਣੀ ਸਥਿਰ ਰਹਿੰਦੀ ਹੈ, ਭਾਵ ਉਸ ਵਿੱਚ ਤਬਦੀਲੀ ਨਹੀਂ ਵਾਪਰਦੀ, ਅਜਿਹੇ ਸ਼ਬਦਾਂ ਨੂੰ ਸ਼੍ਰੇਣੀ ਰੱਖਿਅਕ ਕਿਹਾ ਜਾਂਦਾ ਹੈ। ਕਿ ਇਹਨਾਂ ਦੇ ਵਿੱਚ ਜੇ ਅਸੀਂ ਕੁਛ ਐਡ ਵੀ ਕਰਾਂਗੇ, ਇਹਦੇ ਨਾਲ ਕੁਛ ਲਗਾਵਾਂਗੇ ਤਾਂ ਉਹਨਾਂ ਦਾ ਜਿਹੜੀ ਮਤਲਬ ਕਿ ਤਬਦੀਲੀ ਨਹੀਂ ਹੋਵੇਗੀ ਇਹਨਾਂ ਦੇ ਵਿੱਚ। ਜਿਵੇਂ ਕਿ ਲਿਖ ਤੋਂ ਲਿਖਦਾ, ਲਿਖਦੇ, ਲਿਖਦੀ, ਲਿਖਦੀਆਂ, ਲਿਖਣਗੇ ਜਾਂ ਲਿਖਾਂਗੇ। ਮਤਲਬ ਹੈ ਤਾਂ ਉਸ ਦਾ ਮਤਲਬ ਇਹੀ ਆ ਨਾ ਕਿ ਉਹ ਲਿਖ ਰਿਹਾ ਹੈਗਾ, ਤਾਂ ਉਹਦੇ ਪਿੱਛੇ ਉਹਨਾਂ ਨੇ ਜੋ ਸਵਰ ਲਗਾ ਕੇ ਅੱਗੇ ਤੋਂ ਅੱਗੇ ਜਿਹੜਾ ਹੈਗਾ ਉਹਦੇ ਸ਼ਬਦ ਬਣਾਤੇ, ਪਰ ਉਹਨਾਂ ਸਾਰਾ ਸ਼ਬਦਾਂ ਦਾ ਮਤਲਬ ਇਹ ਆ ਕਿ ਲਿਖ ਰਹੇ ਹੈਗੇ, ਮਤਲਬ ਲਿਖਣ ਦਾ ਕੰਮ ਹੋ ਰਿਹਾ ਹੈਗਾ। ਤੇ ਇਹ ਸ਼੍ਰੇਣੀ ਰੱਖਿਅਕ ਦੀ ਸ਼੍ਰੇਣੀ ਵਿੱਚ ਆਉਂਦੇ ਆ। ਅੱਗੇ ਹੈ ਰੂਪਾਂਤਰੀ ਸ਼ਬਦ ਰਚਨਾ। ਰੂਪਾਂਤਰੀ ਸ਼ਬਦ ਰਚਨਾ ਵਿੱਚ ਇੱਕ ਸ਼ਬਦ ਤੋਂ ਕੋਈ ਦੂਸਰਾ ਸ਼ਬਦ ਵਿਉਂਤਪਤ ਨਹੀਂ ਕੀਤਾ ਜਾਂਦਾ, ਸਗੋਂ ਇੱਕ ਸ਼ਬਦ ਨਾਲ ਪਿਛੇਤਰ ਲਗਾ ਕੇ ਇਸ ਦੇ ਪ੍ਰਕਾਰਜ ਨੂੰ ਵਿਸਥਾਰ ਕੀਤਾ ਜਾਂਦਾ ਹੈ। ਮਤਲਬ ਕਿ ਇਹਦੇ ਵਿੱਚ ਇਹ ਹੁੰਦਾ ਕਿ ਇੱਕ ਸ਼ਬਦ ਤੋਂ ਅਸੀਂ ਕੋਈ ਹੋਰ ਸ਼ਬਦ ਨਹੀਂ ਉਤਪੰਨ ਕਰਦੇ। ਜਿਸ ਤਰ੍ਹਾਂ ਕਿ ਅਸੀਂ ਗੁਣ ਤੋਂ ਨਿਰਗੁਣ ਸ਼ਬਦ ਬਣਾਇਆ ਸੀ, ਪੜ੍ਹ ਤੋਂ ਅਨਪੜ੍ਹ ਸ਼ਬਦ ਬਣਾਇਆ ਸੀ, ਇਸ ਦੇ ਵਿੱਚ ਸਿਰਫ ਅਸੀਂ ਪਿਛੇਤਰ ਲਗਾ ਕੇ ਉਸੇ ਸ਼ਬਦ ਦੇ ਪ੍ਰਕਾਰਜ ਨੂੰ ਹੀ ਅੱਗੇ ਵਧਾਉਣੇ ਹੈਗੇ। ਜਿਸ ਤਰ੍ਹਾਂ ਕਿ ਕਰ ਤੋਂ ਕਰਨਾ, ਜਾ ਤੋਂ ਜਾਣਾ, ਕਰ ਤੋਂ ਕਰੋ। ਮਤਲਬ ਉਸ ਦੇ ਪਿੱਛੇ ਅਸੀਂ ਪਿਛੇਤਰ ਲਗਾ ਕੇ ਉਸ ਦੀ ਜਿਹੜੀ ਸ਼੍ਰੇਣੀ ਨੂੰ ਵਧਾਇਆ ਹੈਗਾ। ਰੂਪਾਂਤਰੀ ਸ਼ਬਦ ਰਚਨਾ ਵਿੱਚ ਸਿਰਫ ਪਿਛੇਤਰਾਂ ਦੀ ਵਰਤੋਂ ਕੀਤੀ ਜਾਂਦੀ ਹੈ। ਇਹ ਵੀ ਇੱਕ ਧਿਆਨ ਰੱਖਣ ਯੋਗ ਜਿਹੜੀ ਗੱਲ ਹੈ ਕਿ ਜਿਹੜੇ ਰੂਪਾਂਤਰੀ ਸ਼ਬਦ ਰਚਨਾ ਹੁੰਦੀ ਆ ਉਸ ਦੇ ਵਿੱਚ ਸਿਰਫ ਪਿਛੇਤਰਾਂ ਦੀ ਹੀ ਵਰਤੋਂ ਹੋਊਗੀ, ਉਸ ਦੇ ਵਿੱਚ ਅਗੇਤਰ ਨਹੀਂ ਵਰਤੇ ਜਾਣਗੇ। ਰੂਪਾਂਤਰੀ ਸ਼ਬਦ ਰਚਨਾ ਵਿੱਚ ਨਵੇਂ ਸ਼ਬਦਾਂ ਦਾ ਨਿਰਮਾਣ ਨਹੀਂ ਕੀਤਾ ਜਾਂਦਾ, ਸਗੋਂ ਸਰੋਤ ਸ਼ਬਦ ਨਾਲ। ਮਤਲਬ ਇਹਦੇ ਵਿੱਚ ਅਸੀਂ ਕੋਈ ਨਵੇਂ ਸਿਰੇ ਤੋਂ ਸ਼ਬਦ ਨਹੀਂ ਲੈਂਦੇ ਹੈਗੇ, ਬਲਕਿ ਸਰੋਤ ਸ਼ਬਦ ਦਾ ਮਤਲਬ ਹੁੰਦਾ ਵੀ ਜਿਹੜੇ ਸਾਡੇ ਕੋਲੇ ਪਹਿਲਾਂ ਤੋਂ ਮੌਜੂਦ ਸ਼ਬਦ ਹੈ ਉਹਨਾਂ ਨਾਲ ਪਿਛੇਤਰ ਜੋੜ ਕੇ ਉਸਦੇ ਪ੍ਰਕਾਰਜੀ ਸਰੂਪ ਵਿੱਚ ਵਾਧਾ ਕੀਤਾ ਜਾਂਦਾ ਹੈ। ਜਿਵੇਂ ਕਰਾਂ ਸ਼ਬਦ ਹੈ, ਇਹ ਜਿਹੜਾ ਹੈਗਾ ਪਹਿਲਾਂ ਤੋਂ ਹੀ ਜਿਹੜਾ ਮੌਜੂਦ ਸੀ, ਤਾਂ ਇਹਦੇ ਨਾਲ ਜਿਹੜਾ ਆ ਸ਼ਬਦ ਕਰ ਪਲੱਸ ਆ ਤੋਂ ਇਹ ਬਣਿਆ ਕਰਾਂ। ਇਸੇ ਤਰ੍ਹਾਂ ਜਾਈ, ਇਹ ਵੀ ਜਿਹੜਾ ਹੈਗਾ ਜਾ ਪਲੱਸ ਈ ਮਿਲਾ ਕੇ ਬਣਿਆ ਜਾਈ। ਇਹਨਾਂ ਸ਼ਬਦਾਂ ਵਿੱਚ ਕਰਾਂ ਜਾਈ ਰੂਪਾਂਤਰੀ ਸ਼ਬਦ ਹੈ, ਜੋ ਕਰਮਵਾਰ ਕੀ ਤੋਂ ਬਣਿਆ, ਕਰ ਜਾ ਤੋਂ ਬਣੇ ਹੈਗੇ ਪਿਛੇਤਰ ਜੋੜ ਕੇ। ਦਰਅਸਲ ਇਹ ਨਵੇਂ ਸ਼ਬਦ ਨਹੀਂ ਹਨ, ਸਗੋਂ ਆਪਣੇ ਸਰੋਤ ਸ਼ਬਦ ਦਾ ਪ੍ਰਕਾਰਜੀ ਵਿਸਥਾਰ ਹੀ ਕਰਦੇ ਹਨ। ਮਤਲਬ ਇਹ ਨਵੇਂ ਨਹੀਂ, ਪਹਿਲਾਂ ਤੋਂ ਸਾਡੇ ਕੋਲ ਹੈ ਸੀ
ਕਰ ਵੀ ਸਾਡੇ ਕੋਲ ਪਹਿਲਾਂ ਤੋਂ ਸ਼ਬਦ ਸੀ, ਜਾ ਵੀ ਸਾਡੇ ਕੋਲ ਪਹਿਲਾਂ ਤੋਂ ਸ਼ਬਦ ਸੀ, ਅਸੀਂ ਉਹਦੇ ਨਾਲ ਜੋ ਸਵਰ ਐਡ ਕੀਤੇ ਆ ਉਹ ਲਗਾ ਕੇ ਜਿਹੜਾ ਹੈਗਾ ਨਵੇਂ ਸ਼ਬਦ ਬਣਾਏ ਆ। ਤਾਂ ਇਹ ਸੀ ਕੁਛ ਕੁ ਜਾਣਕਾਰੀ ਸ਼ਬਦ ਬਣਤਰ ਅਤੇ ਸ਼ਬਦ ਰਚਨਾ ਦੇ ਸੰਬੰਧ ਵਿੱਚ। ਉਮੀਦ ਹੈ ਕਿ ਤੁਹਾਨੂੰ ਇਹ ਜਾਣਕਾਰੀ ਵਧੀਆ ਲੱਗੀ ਹੋਵੇਗੀ। ਜੇਕਰ ਤੁਹਾਨੂੰ ਸਾਡੀ ਇਹ ਜਾਣਕਾਰੀ ਵਧੀਆ ਲੱਗੀ ਤਾਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਨਾ, ਸਾਡੇ ਚੈਨਲ ਨੂੰ ਸ਼ੇਅਰ ਕਰਨਾ ਨਾ ਭੁੱਲਣਾ। ਧੰਨਵਾਦ।